ਗੁੱਡ ਮਾਰਨਿੰਗ ਸਟੂਡੈਂਟਸ ਸਾਡਾ ਅੱਜ ਦਾ ਟੌਪਿਕ ਹੈਗਾ 1707 ਈਸਵੀ ਤੋਂ ਬਾਅਦ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ। ਆਪਾਂ ਪਿਛਲੇ ਲੈਕਚਰ ਵਿੱਚ ਗੱਲ ਕੀਤੀ ਸੀ ਮੁਗਲ ਸਾਮਰਾਜ ਦੇ ਪਤਨ ਦੇ ਕਿਹੜੇ ਕਾਰਨ ਸੀਗੇ। ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਸੀਗੇ ਜਿਹੜੇ ਉਹ 3 ਭਾਗਾਂ ਦੇ ਵਿੱਚ ਡਿਵਾਈਡ ਕੀਤੇ ਗਏ ਸੀ। ਫਸਟ ਜਿਹੜੇ 2 ਭਾਗ ਨੇ ਉਹ ਆਪਾਂ ਪਿਛਲੇ ਲੈਕਚਰ ਦੇ ਵਿੱਚ ਕਰ ਲਏ ਸੀ ਤੇ ਅੱਜ ਆਪਾਂ ਈੜੀ ਨੰਬਰ ਭਾਗ ਦੀ ਗੱਲ ਕਰਦੇ ਹਾਂ 1707 ਈਸਵੀ ਤੋਂ ਬਾਅਦ ਪਤਨ ਦੇ ਕਾਰਨ। 1707 ਈਸਵੀ ਦੇ ਵਿੱਚ ਸੀ ਜਿਹੜੀ ਔਰੰਗਜ਼ੇਬ ਦੀ ਮੌਤ ਹੋਈ ਸੀਗੀ ਤੇ ਉਸੇ ਸਮੇਂ ਤੋਂ ਹੀ ਜਿਹੜਾ ਇਸ ਮੁਗਲ ਸਾਮਰਾਜ ਦੇ ਪਤਨ ਦਾ ਜਿਹੜਾ ਸਮਾਂ ਸੀ ਉਹ ਸ਼ੁਰੂ ਹੋ ਗਿਆ ਸੀ। ਇਹਦੇ ਕਈ ਕਾਰਨ ਸੀਗੇ। ਇਸ ਦਾ ਫਸਟ ਕਾਰਨ ਹੈਗਾ ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਦੀ ਅਯੋਗਤਾ ਅਤੇ ਨਿਰਬਲਤਾ। 1707 ਈਸਵੀ ਦੇ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜੇ ਉਸ ਦੇ ਉੱਤਰਾਧਿਕਾਰੀ ਬਣੇ ਜਿਵੇਂ ਬਹਾਦਰ ਸ਼ਾਹ, ਜਹਾਂਦਾਰ ਸ਼ਾਹ, ਫਰੁਖਸੀਅਰ, ਮੁਹੰਮਦ ਸ਼ਾਹ, ਆਲਮਗੀਰ ਦੂਜਾ, ਸ਼ਾਹ ਆਲਮ ਦੂਜਾ, ਬਹਾਦਰ ਸ਼ਾਹ ਦੂਜਾ, ਇਹ ਸਾਰੇ ਸੀ ਜਿਹੜੇ ਇਹ ਆਪਣੇ ਵੱਡੇ ਵਡੇਰਿਆਂ ਵਾਂਗ ਨਾ ਤਾਂ ਵੀਰ ਯੋਧੇ ਸੀ ਨਾ ਹੀ ਇਹ ਸਹੀ ਤਰੀਕੇ ਨਾਲ ਰਾਜ ਪ੍ਰਬੰਧ ਚਲਾ ਸਕਦੇ ਸੀਗੇ। ਇਹ ਬਹੁਤ ਆਲਸੀ ਸੀਗੇ। ਇਹ ਸੀ ਜਿਹੜੇ ਰੰਗ ਰਲੀਆਂ ਮਨਾਉਣ ਵਾਲੇ ਸੀ ਤੇ ਰੰਗ ਰਲੀਆਂ ਦੇ ਵਿੱਚ ਹੀ ਇਹ ਆਪਣਾ ਬਹੁਤ ਜ਼ਿਆਦਾ ਟਾਈਮ ਵੇਸਟ ਕਰ ਰਹੇ ਸੀਗੇ ਤੇ ਆਪਣੇ ਕਰਤੱਵਾਂ ਨੂੰ ਭੁੱਲ ਬੈਠੇ ਸੀਗੇ। ਇਹਨਾਂ ਦਾ ਇੰਨਾ ਆਲਸੀ ਹੋਣ ਦੇ ਕਾਰਨ ਜਿਹੜਾ ਦਰਬਾਰ ਸੀ ਉਹ ਸਾਜ਼ਿਸ਼ਾਂ ਦਾ ਅੱਡਾ ਬਣ ਗਿਆ ਸੀ ਤੇ ਹੌਲੀ ਹੌਲੀ ਜਿਹੜਾ ਇਹ ਸਾਮਰਾਜ ਸੀ ਇਹ ਖੇਰੂ ਹੋਣ ਲੱਗਿਆ ਤੇ ਇਹ ਅਯੋਗ ਹੋਣ ਦੇ ਕਾਰਨ ਸਾਮਰਾਜ ਨੂੰ ਨਹੀਂ ਬਚਾ ਸਕੇ। ਨੈਕਸਟ ਪੁਆਇੰਟ ਹੈਗਾ ਮੁਗਲ ਦਰਬਾਰ ਵਿੱਚ ਸਰਦਾਰਾਂ ਦੀ ਗੁੱਟਬੰਦੀ। ਮੁਗਲ ਦਰਬਾਰ ਦੇ ਵਿੱਚ ਜੋ ਸਰਦਾਰ ਕੰਮ ਕਰਦੇ ਸੀ ਉਹ ਸੀ ਜਿਹੜੇ ਗੁੱਟਾਂ ਦੇ ਵਿੱਚ ਵੰਡੇ ਗਏ ਸੀ। ਉਹਨਾਂ ਨੇ ਆਪਣੇ 3 ਗੁੱਟ ਬਣਾ ਲਏ ਸੀ। ਇੱਕ ਗੁੱਟ ਦਾ ਨਾਮ ਸੀ ਤੁਰਾਨੀਆ ਗੁੱਟ, ਦੂਸਰਾ ਗੁੱਟ ਸੀਗਾ ਇਰਾਨੀਆ ਗੁੱਟ ਤੇ ਤੀਸਰਾ ਸੀਗਾ ਹਿੰਦੁਸਤਾਨੀਆ ਗੁੱਟ। ਇਹ ਜਿਹੜੇ ਗੁੱਟ ਦੇ ਇੱਕ ਦੂਜੇ ਵਿਰੁੱਧ ਇਹ ਲੋਕ ਸੀ ਜਿਹੜੇ ਸਾਜ਼ਿਸ਼ਾਂ ਕਰਦੇ ਰਹਿੰਦੇ ਸੀ। ਇੱਕ ਗੁੱਟ ਵਾਲੇ ਦੂਜੇ ਗੁੱਟ ਵਾਲਿਆਂ ਦੇ ਵਿਰੁੱਧ ਸਾਜ਼ਿਸ਼ਾਂ ਕਰਦੇ ਰਹਿੰਦੇ ਸੀ, ਜਿਸ ਕਰਕੇ ਜਿਹੜਾ ਮੁਗਲ ਦਰਬਾਰ ਸੀ ਉਹ ਸਾਜ਼ਿਸ਼ਾਂ ਦਾ ਅੱਡਾ ਹੀ ਬਣ ਕੇ ਰਹਿ ਗਿਆ ਸੀ। ਇਸ ਸਾਮਰਾਜ ਦਾ ਜਿਹੜਾ ਵਿਕਾਸ ਕਿਵੇਂ ਕਰਨਾ ਹੈ, ਕਿਵੇਂ ਇਸ ਸਾਮਰਾਜ ਨੂੰ ਅਸੀਂ ਨੇ ਸਹੀ ਤਰੀਕੇ ਨਾਲ ਚਲਾਉਣਾ ਹੈ, ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀ। ਇਹ ਵੀ ਇਸ ਦੇ ਪਤਨ ਦਾ ਇੱਕ ਮੇਨ ਕਾਰਨ ਬਣਿਆ। ਨੈਕਸਟ ਇਸ ਦੇ ਪਤਨ ਦਾ ਮੇਨ ਕਾਰਨ ਸੀਗਾ ਘਰੇਲੂ ਯੁੱਧ। ਉਸ ਸਮੇਂ ਸੀ ਜਿਹੜੀ ਮਤਲਬ ਕਿ ਗੱਦੀ ਸੀ ਜਿਹੜੀ ਜੱਦੀ ਹੁੰਦੀ ਸੀ, ਜਿਸ ਦੇ ਲਈ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਦੇ ਵਿੱਚ ਰਾਜਗੱਦੀ ਦੇ ਲਈ ਜਿਹੜਾ ਘਰੇਲੂ ਯੁੱਧ ਹੋਇਆ। ਇਸੇ ਤਰ੍ਹਾਂ ਹਰ ਇੱਕ ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਕਿਸੇ ਵੀ ਰਾਜੇ ਦੀ ਜਦੋਂ ਡੈਥ ਹੁੰਦੀ ਸੀਗੀ ਤਾਂ ਰਾਜਗੱਦੀ ਦੇ ਲਈ ਸੀ ਜਿਹੜਾ ਯੁੱਧ ਚੱਲ ਪੈਂਦੇ ਸੀ, ਕਿਉਂਕਿ ਇੱਕ ਰਾਜੇ ਦੇ ਕਈ ਬੇਟੇ ਹੁੰਦੇ ਸੀ। ਇੱਕ ਨੂੰ ਰਾਜਗੱਦੀ ਤੇ ਬਿਠਾਇਆ ਜਾਂਦਾ ਸੀ ਤੇ ਦੂਸਰੇ ਸੀ ਜਿਹੜੇ ਉਸ ਦੇ ਜਿਹੜਾ ਖਿਲਾਫ ਹੋ ਜਾਂਦੇ ਸੀਗੇ। ਇਸ ਨਾਲ ਜਿਹੜੇ ਸਾਰੇ ਸਾਮਰਾਜ ਦਾ ਜਿਹੜਾ ਸਿਸਟਮ ਸੀ ਉਹ ਵਿਗੜ ਚੁੱਕਿਆ ਸੀ। ਇਹ ਘਰੇਲੂ ਯੁੱਧ ਵੀ ਜਿਹੜਾ ਇਸ ਸਾਮਰਾਜ ਦੇ ਖਾਤਮੇ ਦਾ ਮੇਨ ਕਾਰਨ ਬਣੇ, ਕਿਉਂਕਿ ਯੁੱਧਾਂ ਦੇ ਕਾਰਨ ਜਿਹੜਾ ਸਾਮਰਾਜ ਸੀ ਉਹ ਬਹੁਤ ਕਮਜ਼ੋਰ ਹੋ ਚੁੱਕਿਆ ਸੀ। ਨੈਕਸਟ ਪੁਆਇੰਟ ਹੈਗਾ ਕਿਸਾਨਾਂ ਦੀ ਅਵਸਥਾ ਵਿੱਚ ਵਿਗਾੜ। 1707 ਈਸਵੀ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਹਾਲਤ ਸੀ ਉਹ ਬਹੁਤ ਵਿਗੜ ਚੁੱਕੀ ਸੀ। ਜਿਹੜੇ ਕਿਸਾਨ ਸੀਗੇ ਉਹਨਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਹ ਭੁੱਖੇ ਮਰਨ ਲੱਗੇ ਸੀ। ਸੋ ਇਸ ਭੁੱਖਮਰੀ ਤੋਂ ਤੰਗ ਆ ਕੇ ਉਹ ਵਿਦਰੋਹੀਆਂ ਦੇ ਨਾਲ ਜਾ ਮਿਲੇ ਤੇ ਉਹ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ ਚਲੇ ਗਏ ਅਤੇ ਉਹ ਵਿਦਰੋਹੀਆਂ ਦੇ ਨਾਲ ਜਾ ਮਿਲੇ ਤੇ ਉਹ ਸਰਕਾਰ ਦੇ ਸੀ ਜਿਹੜਾ ਮੁਗਲ ਸਰਕਾਰ ਦੇ ਖਿਲਾਫ ਹੋ ਗਏ। ਇਹ ਵੀ ਇੱਕ ਮੇਨ ਕਾਰਨ ਸੀਗਾ ਇਸ ਦੇ ਪਤਨ ਦਾ। ਨੈਕਸਟ ਪੁਆਇੰਟ ਹੈਗਾ ਮਾਲੀ ਦਿਵਾਲੀਆਪਣ। ਉਸ ਸਮੇਂ ਜਿਹੜੀ ਸਰਕਾਰ ਸੀ ਉਹ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ, ਕਿਉਂਕਿ ਉਸ ਸਮੇਂ ਜਿਹੜੇ ਜ਼ਿਆਦਾ ਯੁੱਧ ਹੋਣ ਦੇ ਕਾਰਨ ਵੀ ਜਿਹੜਾ ਕਾਫੀ ਪੈਸਾ ਸੀ ਉਹ ਯੁੱਧਾਂ ਦੇ ਖਰਚ ਹੋ ਗਿਆ ਸੀ। ਦੂਸਰਾ ਜਿਹੜੇ ਉਸ ਸਮੇਂ ਦੇ ਜਿਹੜੇ ਸਮਰਾਟ ਸੀਗੇ, ਰਾਜੇ ਸੀਗੇ, ਉਹ ਆਪਣਾ ਜਿਹੜਾ ਦਰਬਾਰ ਸਜਾਉਣ ਦੇ ਵਿੱਚ, ਦਰਬਾਰ ਦੀ ਸਾਜੋ ਸਜਾਵਟ ਦੇ ਵਿੱਚ ਵੀ ਕਰੋੜਾਂ ਰੁਪਈਆ ਖਰਚ ਕਰਦੇ ਸੀਗੇ। ਇਹ ਸਾਰੀਆਂ ਚੀਜ਼ਾਂ ਦੇ ਕਾਰਨ ਸੀ ਜਿਹੜਾ ਉਹ ਸਰਕਾਰ ਦਾ ਮਾਲੀਆ ਦਿਵਾਲੀਆਪਣ ਨਿਕਲ ਗਿਆ ਸੀ। ਸਰਕਾਰ ਸੀ ਜਿਹੜੀ ਆਰਥਿਕ ਤੌਰ ਤੇ ਕਮਜ਼ੋਰ ਹੋ ਗਈ ਸੀ ਤੇ ਬਿਨਾਂ ਪੈਸੇ ਤੋਂ ਕੋਈ ਵੀ ਸਰਕਾਰ ਲੰਬਾ ਸਮਾਂ ਨਹੀਂ ਚੱਲ ਸਕਦੀ। ਸੋ ਆਰਥਿਕ ਤੰਗੀ ਵੀ ਇਹਨਾਂ ਦੇ ਖਤਮ ਹੋਣ ਦਾ ਇੱਕ ਮੇਨ ਕਾਰਨ ਬਣੀ। ਇਹਦਾ ਇੱਕ ਹੋਰ ਕਾਰਨ ਸੀਗਾ ਮੁਗਲ ਸੈਨਾ ਵਿੱਚ ਕਮਜ਼ੋਰੀਆਂ। ਮੁਗਲ ਸਮਰਾਟ ਦੀ ਜਿਹੜੀ ਸੈਨਾ ਹੁੰਦੀ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਸੀ, ਬਹੁਤ ਸਾਰੀਆਂ ਘਾਟਾਂ ਸੀ, ਜਿਹਦੇ ਕਾਰਨ ਵੀ
ਜਿਹੜਾ ਇਹ ਇਹਦਾ ਪਤਨ ਹੋਇਆ ਹੈ ਸਾਮਰਾਜ। ਨੈਕਸਟ ਪੁਆਇੰਟ ਹੈਗਾ ਪ੍ਰਾਂਤਾਂ ਵਿੱਚ ਸੁਤੰਤਰ ਰਾਜਾਂ ਦੀ ਸਥਾਪਨਾ। ਪ੍ਰਾਂਤ ਦੇ ਅੰਦਰ, ਸਟੇਟ ਦੇ ਅੰਦਰ ਬਹੁਤ ਸਾਰੇ ਸੁਤੰਤਰ ਰਾਜਾਂ ਦੀ ਸਥਾਪਨਾ ਹੋ ਚੁੱਕੀ ਸੀ, ਜਿਹੜੇ ਕਿ ਮੁਗਲ ਸਾਮਰਾਜ ਦੇ ਅਧੀਨ ਨਹੀਂ ਸੀ। ਇਹ ਇਹਨਾਂ ਤੋਂ ਬਿਲਕੁਲ ਸੁਤੰਤਰ ਸੀਗੇ। ਇਹਨਾਂ ਜਿਹੜੇ ਸੁਤੰਤਰ ਰਾਜਾਂ ਦੇ ਕਾਰਨ ਵੀ ਜਿਹੜਾ ਸਾਮਰਾਜ ਸੀ ਜਿਹੜਾ ਉਹ ਖਾਤਮੇ ਦੀ ओर ਜਾਂਦਾ ਗਿਆ। ਹੌਲੀ ਹੌਲੀ ਕਰਕੇ ਸਟੇਟ ਦੇ ਅੰਦਰ, ਪ੍ਰਾਂਤ ਦੇ ਅੰਦਰ ਸਾਰੇ ਰਾਜ ਹੀ ਇਹਨਾਂ ਤੋਂ ਸੁਤੰਤਰ ਹੋ ਗਏ। ਨੈਕਸਟ ਪੁਆਇੰਟ ਹੈਗਾ ਜਾਟਾਂ ਦੀ ਸ਼ਕਤੀ ਵਿੱਚ ਉਭਾਰ। ਔਰੰਗਜ਼ੇਬ ਦੇ ਸਮੇਂ ਹੀ ਜਿਹੜੇ ਜਾਟ ਸੀਗੇ ਉਹ ਇਹਨਾਂ ਦੇ ਜਿਹੜੇ ਵਿਰੁੱਧ ਹੋ ਗਏ ਸੀਗੇ, ਤੇ ਅੱਗੇ ਜਾ ਕੇ ਇਹ ਵਿਰੋਧਤਾ ਇਸੇ ਤਰੀਕੇ ਨਾਲ ਚੱਲਦੀ ਰਹੀ, ਤੇ ਇੱਕ ਦਿਨ ਜਿਹੜੀ ਜਾਟਾਂ ਦੀ ਸ਼ਕਤੀ ਸੀ ਉਹ ਬਹੁਤ ਜ਼ਿਆਦਾ ਵੱਧ ਗਈ, ਜੋ ਇਹਨਾਂ ਦੇ ਖਾਤਮੇ ਦੇ ਲਈ ਹਾਨੀਕਾਰਕ ਸਿੱਧ ਹੋਈ। ਨੈਕਸਟ ਪੁਆਇੰਟ ਹੈਗਾ ਰਾਜਪੂਤ ਰਾਜਾਂ ਦੀ ਸੁਤੰਤਰਤਾ। ਔਰੰਗਜ਼ੇਬ ਨੇ ਜਿਹੜੀ ਰਾਜਪੂਤਾਂ ਦੇ ਪ੍ਰਤੀ ਇੱਕ ਯੁੱਧ ਵਾਲੀ ਨੀਤੀ ਅਪਣਾਈ ਸੀ, ਸੋ ਜਿਹੜੇ ਬਹੁਤ ਸਾਰੇ ਰਾਜਪੂਤ ਸੀਗੇ ਇਹਦੇ ਨਾਲ ਉਹ ਮੁਗਲ ਸਾਮਰਾਜ ਦੇ ਜਿਹੜੇ ਦੁਸ਼ਮਣ ਹੋ ਗਏ, ਅਤੇ ਹੌਲੀ ਹੌਲੀ ਜਾ ਕੇ ਜਿਹੜੇ ਰਾਜਪੂਤਾਂ ਦੇ ਜਿਹੜੇ ਰਾਜ ਸੀ ਉਹ ਮੁਗਲ ਸਾਮਰਾਜ ਤੋਂ ਸੀ ਜਿਹੜਾ ਪੂਰੇ ਤਰੀਕੇ ਨਾਲ ਸੁਤੰਤਰ ਹੋ ਗਏ। ਇਹਦੇ ਨਾਲ ਵੀ ਜਿਹੜਾ ਮੁਗਲ ਸਾਮਰਾਜ ਨੂੰ ਸੀ ਭਾਰੀ ਧੱਕਾ ਲੱਗਾ। ਨੈਕਸਟ ਹੈਗਾ ਸਿੱਖਾਂ ਦੀ ਸ਼ਕਤੀ ਦਾ ਉਭਾਰ। ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਤੋਂ ਬਾਅਦ ਜਿਹੜਾ ਬੰਦਾ ਸਿੰਘ ਬਹਾਦਰ ਸੀ ਉਸਨੇ ਪੰਜਾਬ ਵਿੱਚ ਸਿੱਖਾਂ ਦੀ ਰਾਜਨੀਤਿਕ ਨੇਤਾ ਬਣਿਆ ਸੀ ਉਹ, ਤੇ ਉਸਨੇ ਮੁਗਲ ਸਰਕਾਰ ਦੇ ਖਿਲਾਫ ਜਿਹੜਾ ਇੱਕ ਆਜ਼ਾਦੀ ਦੇ ਲਈ ਸੰਘਰਸ਼ ਚਲਾਇਆ ਸੀਗਾ। ਸੋ ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਕਾਰਨ ਉਹਨਾਂ ਦੀ ਬਹਾਦਰ ਹੋਣ ਦੇ ਕਾਰਨ ਜਿਹੜਾ ਸਿੱਖਾਂ ਦੀ ਸ਼ਕਤੀ ਸੀ ਉਹ ਕਾਫੀ ਵੱਧ ਚੁੱਕੀ ਸੀ। ਸਿੱਖ ਇੱਕ ਹੋ ਕੇ ਜਿਹੜਾ ਮੁਗਲਾਂ ਦੇ ਅਤਿਆਚਾਰਾਂ ਦਾ ਸਾਹਮਣਾ ਕਰਨ ਲੱਗੇ ਸੀਗੇ। ਸਿੱਖਾਂ ਦੀ ਏਕਤਾ, ਸਿੱਖਾਂ ਦੀ ਸ਼ਕਤੀ ਦਾ ਵਧਣਾ ਵੀ ਇਹਨਾਂ ਦੇ ਲਈ ਹਾਨੀਕਾਰਕ ਸਾਬਤ ਹੋਇਆ। ਨੈਕਸਟ ਪੁਆਇੰਟ ਹੈਗਾ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ। ਅਹਿਮਦ ਸ਼ਾਹ ਅਬਦਾਲੀ ਸੀ ਜਿਹੜਾ ਉਸਨੇ 1747 ਈਸਵੀ ਤੋਂ ਲੈ ਕੇ 1767 ਈਸਵੀ ਤੱਕ ਸੀ ਜਿਹੜਾ ਭਾਰਤ ਦੇ ਵਿੱਚ 8 ਹਮਲੇ ਕੀਤੇ। ਇਹਨਾਂ ਹਮਲਿਆਂ ਦੇ ਕਾਰਨ ਵੀ ਸੀ ਜਿਹੜਾ ਮੁਗਲ ਸਾਮਰਾਜ ਦੀ ਜਿਹੜੀ ਸ਼ਕਤੀ ਦੇ ਵਿੱਚ ਕਟੌਤੀ ਆਈ, ਤੇ ਜਿਹੜੇ ਮੁਗਲ ਸੀਗੇ ਉਹ ਇਹਨਾਂ ਹਮਲਿਆਂ ਦੇ ਵਿੱਚ ਉਲਝੇ ਰਹੇ, ਤੇ ਹੌਲੀ ਹੌਲੀ ਕਰਕੇ ਜਿਹੜਾ ਸੀ ਉਹ ਕਮਜ਼ੋਰ ਹੋ ਗਏ। ਨੈਕਸਟ ਹੈਗਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਦਾ ਉਥਾਨ। 1600 ਈਸਵੀ ਦੇ ਵਿੱਚ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਇਹ ਭਾਰਤ ਦੇ ਵਿੱਚ ਸੀ ਜਿਹੜਾ ਵਪਾਰ ਕਰਨ ਦੇ ਲਈ ਆਈ ਸੀ, ਲੇਕਿਨ 18ਵੀਂ ਸਦੀ ਦੇ ਅੱਧ ਤੱਕ ਇਹ ਇੱਕ ਰਾਜਨੀਤਿਕ ਸੰਸਥਾ ਬਣ ਕੇ ਰਹਿ ਚੁੱਕੀ ਸੀ। ਇਸ ਦੀ ਸ਼ਕਤੀ ਦੇ ਵਿੱਚ ਜਿਹੜਾ ਬਹੁਤ ਸਾਰਾ ਵਾਧਾ ਹੋਇਆ ਸੀ। ਇਹ ਜਿਹੜੀ ਕੰਪਨੀ ਸੀਗੀ ਇਹ ਇੱਕ ਅੰਗਰੇਜ਼ਾਂ ਦੀ ਕੰਪਨੀ ਸੀਗੀ। ਇਹ ਕੰਪਨੀ ਜਦੋਂ ਰਾਜਨੀਤਿਕ ਸੰਸਥਾ ਬਣੀ ਤੇ ਹੌਲੀ ਹੌਲੀ ਇਹਨਾਂ ਨੇ ਰਾਜਨੀਤਿਕ ਕਾਰਵਾਈਆਂ ਸ਼ੁਰੂ ਕੀਤੀਆਂ, ਤੇ ਹੌਲੀ ਹੌਲੀ ਕਰਕੇ ਜਿਹੜੀ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਇਹ ਰਾਜਨੀਤੀ ਦੇ ਵਿੱਚ ਬਹੁਤ ਅੱਗੇ ਵਧਣ ਲੱਗੀ, ਤੇ ਹੌਲੀ ਹੌਲੀ ਇਹਨਾਂ ਨੇ ਜਿਹੜਾ ਮੁਗਲਾਂ ਦੀ ਸ਼ਕਤੀ ਨੂੰ ਘਟਾਇਆ ਅਤੇ ਭਾਰਤ ਦੇ ਉੱਤੇ ਕਬਜ਼ਾ ਕਰ ਲਿਆ ਸੀ। ਅੱਗੇ ਜਾ ਕੇ ਜਿਹੜੇ ਇਹ ਅੰਗਰੇਜ਼ ਸੀਗੇ ਇਹਨਾਂ ਨੇ ਮੁਗਲ ਸ਼ਕਤੀ ਅਤੇ ਮਰਾਠਿਆਂ ਦੀ ਸ਼ਕਤੀ ਦੋਵਾਂ ਦਾ ਹੀ ਖਾਤਮਾ ਕੀਤਾ ਅਤੇ ਭਾਰਤ ਉੱਤੇ ਕਬਜ਼ਾ ਕਰ ਲਿਆ ਸੀ। ਸੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਦੇ ਵਾਧੇ ਨਾਲ ਜਿਹੜਾ ਪੂਰਾ ਭਾਰਤ ਸੀਗਾ ਉਸ ਤੇ ਹੁਣ ਜਿਹੜਾ ਮੁਗਲ ਸਾਮਰਾਜ ਸੀ ਉਹ ਖਤਮ ਹੋ ਚੁੱਕਿਆ ਸੀ, ਅਤੇ ਅੰਗਰੇਜ਼ਾਂ ਦਾ ਜਿਹੜਾ ਸਾਮਰਾਜ ਸੀ ਉਹ ਸ਼ੁਰੂ ਹੋ ਚੁੱਕਿਆ ਸੀ। ਹੁਣ ਅੰਗਰੇਜ਼ਾਂ ਦਾ ਕਬਜ਼ਾ ਸੀਗਾ ਪੂਰੇ ਇੰਡੀਆ ਦੇ ਉੱਤੇ। ਸੋ ਇਹ ਸੀਗੇ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ।